ਆਮ ਆਦਮੀ ਪਾਰਟੀ ਨੂੰ ਕੱਲ ਇੱਕ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਐਕਸਾਈਜ਼ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਕਰੋੜਾਂ ਰੁਪਏ ਦੀ ਉਹਨਾਂ ਦੀ ਜੋ ਪ੍ਰਾਪਰਟੀ ਆ ਉਸ ਨੂੰ ਅਟੈਚ ਕੀਤਾ ਗਿਆ ਹੈ। ਵੱਡਾ ਝਟਕਾ ਮੰਤਰੀ ਨੂੰ ਤੇ ਉਹਨਾਂ ਦੇ ਸਾਥੀ ਨੂੰ ਹੈ ਤੇ ਨਾਲ ਹੀ ਨਾਲ ਅਰਵਿੰਦ ਕੇਜਰੀਵਾਲ ਦੇ ਲਈ ਵੀ ਵੱਡੀ ਬੁਰੀ ਖਬਰ ਹੈ। ਸੋ ਖਬਰ ਕੀ ਹੈ ਤੇ ਕਿਸ ਮੰਤਰੀ ਦੀ ਹੁਣ ਪ੍ਰਾਪਰਟੀ ਅਟੈਚ ਕੀਤੀ ਗਈ ਹੈ, ਇਸ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਤੇ ਨਾਲ ਚਰਚਾ ਕਰਾਂਗੇ ਸੁਨੀਲ ਜਾਖੜ ਦੀ। ਸੁਨੀਲ ਜਾਖੜ ਨੂੰ ਆਖਰ 1 ਸਾਲ ਦੇ ਵਿੱਚ ਪ੍ਰਧਾਨਗੀ ਕਿਵੇਂ ਮਿਲੀ, ਇਸ ਮਾਮਲੇ ਦੇ ਉੱਪਰ ਸੁਨੀਲ ਜਾਖੜ ਨੇ ਖੁੱਲ੍ਹ ਕੇ ਗੱਲ ਕੀਤੀ ਹੈ ਤੇ ਵੱਡੇ ਖੁਲਾਸੇ ਕੀਤੇ ਨੇ ਕਿ ਆਖਰ ਬੀਜੇਪੀ ਨੇ 1 ਸਾਲ ਦੇ ਵਿੱਚ ਉਹਨਾਂ ਨੂੰ ਪ੍ਰਧਾਨਗੀ ਕਿਉਂ ਸੌਂਪੀ ਹੈ ਤੇ ਨਾਲ ਕਾਂਗਰਸ ਬਾਰੇ ਵੀ ਉਹਨਾਂ ਦੇ ਵੱਲੋਂ ਇੱਕ ਵੱਡੀ ਗੱਲ ਆਖ ਦਿੱਤੀ ਗਈ ਹੈ। ਕਾਂਗਰਸ ਬਾਰੇ ਸੁਨੀਲ ਜਾਖੜ ਕੀ ਬੋਲੇ ਨੇ ਉਹਦੇ ਉੱਪਰ ਵੀ ਗੱਲ ਕਰਾਂਗੇ ਤੇ ਉਧਰ ਕਾਂਗਰਸ ਵੱਲੋਂ ਕੇਂਦਰ ਸਰਕਾਰ ਦੇ ਉੱਪਰ ਇੱਕ ਤਿੱਖਾ ਹਮਲਾ ਕੀਤਾ ਗਿਆ। ਧਰਨੇ ਰੋਸ ਪ੍ਰਦਰਸ਼ਨ ਹੋਏ ਨੇ ਤੇ ਇੱਕ ਅਹਿਮ ਮੁੱਦੇ ਨੂੰ ਵੀ ਉਜਾਗਰ ਕੀਤਾ ਗਿਆ। ਪਬਲਿਕ ਡੋਮੇਨ ਦੇ ਵਿੱਚ ਇੱਕ ਮੁੱਦਾ ਲਿਆਂਦਾ ਗਿਆ ਤੇ ਇਸ ਮੁੱਦੇ ਦੇ ਉੱਪਰ ਕੇਂਦਰ ਸਰਕਾਰ ਨੂੰ, ਮੋਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਖਿਰ ਕਿਹੜਾ ਮੁੱਦਾ ਜਿਸ ਮੁੱਦੇ ਨੂੰ ਲੈ ਕੇ ਕਾਂਗਰਸ ਹੁਣ ਕੇਂਦਰ ਸਰਕਾਰ ਨੂੰ ਘੇਰਨ ਦੇ ਲਈ ਪੱਬਾਂ ਭਾਰ ਹੋਈ ਹੈ, ਉਸ ਮੁੱਦੇ ਬਾਰੇ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਲੁਕਵਾਂ ਸੱਚ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਰ, ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣਿਆ ਹੋਇਆ ਐਕਸਾਈਜ਼ ਘੁਟਾਲਾ ਦਿੱਲੀ, ਜਿਸ ਦੇ ਵਿੱਚ ਹੁਣ ਇੱਕ ਵੱਡੀ ਜੇ ਆਪਾਂ ਕਹੀਏ ਕਾਰਵਾਈ ਕੀਤੀ ਗਈ ਹੈ ਈਡੀ ਦੇ ਵੱਲੋਂ। ਮੰਤਰੀ, ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਅਤੇ ਉਹਨਾਂ ਦੇ ਸਾਥੀਆਂ ਦੇ ਜਾਂ ਫਿਰ ਆਪਾਂ ਕਹੀਏ ਕੁਝ ਅਧਿਕਾਰੀਆਂ ਨੂੰ ਉਹਨਾਂ ਦੀ ਟੋਟਲ 52 ਕਰੋੜ ਰੁਪਏ ਦੀ ਪ੍ਰਾਪਰਟੀ ਈਡੀ ਦੇ ਵੱਲੋਂ ਅਟੈਚ ਕਰ ਲਈ ਗਈ ਹੈ। ਕਿਵੇਂ ਦੇਖ ਰਹੇ ਹੋ, ਕਿੰਨਾ ਵੱਡਾ ਝਟਕਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ, ਕਿਉਂਕਿ ਲਗਾਤਾਰ ਉਹ ਇਸ ਮਾਮਲੇ ਦੇ ਵਿੱਚ ਮਨੀਸ਼ ਸਿਸੋਦੀਆ ਨੂੰ ਕਹਿ ਰਹੀ ਹੈ ਵੀ ਬੇਕਸੂਰ ਨੇ, ਪੋਲੀਟੀਕਲ ਬੰਡੇਟੇ ਦੀ ਗੱਲ ਕਰਦੇ ਨਜ਼ਰ ਆਏ ਨੇ। ਤੇ ਕੱਲ ਇਸ ਸੰਬੰਧ ਦੇ ਵਿੱਚ ਜਦੋਂ ਉਹਨਾਂ ਦੀ ਪ੍ਰਾਪਰਟੀ ਅਟੈਚ ਹੋਈ, ਇਹਨਾਂ ਅਧਿਕਾਰੀਆਂ ਦੀ ਪ੍ਰਾਪਰਟੀ ਅਟੈਚ ਹੋਈ ਐਕਸਾਈਜ਼ ਘੁਟਾਲੇ ਦੇ ਵਿੱਚ ਤਕਰੀਬਨ 52 ਕਰੋੜ ਦੀ, ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਵੀ ਇੱਕ ਵੱਡਾ ਬਿਆਨ ਆ ਗਿਆ। ਪਹਿਲਾਂ ਤਾਂ ਇਹ ਪੂਰਾ ਮਾਮਲਾ ਸਮਝਾ ਦਿਓ ਸਾਡੇ ਦਰਸ਼ਕਾਂ ਨੂੰ ਤੇ ਨਾਲ ਹੀ ਨਾਲ ਉਹ ਬਿਆਨ ਕੀ ਆਇਆ ਅਰਵਿੰਦ ਕੇਜਰੀਵਾਲ ਦਾ, ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹ ਮਨੀਸ਼ ਸਿਸੋਦੀਆ ਦੇ ਪੱਖ ਦੇ ਵਿੱਚ ਖੜਦੇ ਨਜ਼ਰ ਆਏ ਨੇ। ਪੂਰਾ ਮਾਮਲਾ ਸਾਡੇ ਦਰਸ਼ਕਾਂ ਨੂੰ ਸਮਝਾਇਓ ਜਰਾ। ਲਖਵਿੰਦਰ ਜੀ, ਬੀਤੇ ਲੰਮੇ ਸਮੇਂ ਤੋਂ ਮਨੀਸ਼ ਸਿਸੋਦੀਆ ਜਿਹੜੇ ਨੇ ਕੇਂਦਰ ਸਰਕਾਰ ਦੀ ਰਡਾਰ ਤੇ ਨੇ। ਕੇਂਦਰ ਸਰਕਾਰ ਨਾ ਕਹੀਏ, ਜੇਕਰ ਈਡੀ ਇਨਫੋਰਸਮੈਂਟ ਡਿਪਾਰਟਮੈਂਟ ਕਹੀਏ ਤਾਂ ਉਸ ਦੀ ਜ਼ਿਆਦਾ ਬਿਹਤਰ ਹੋਏਗਾ, ਉਹਦੇ ਰਡਾਰ ਤੇ ਰੱਖਣ ਦਾ ਮਤਲਬ ਜਿਹੜਾ ਸੀ ਉਹ ਬੀਤੇ ਸਮੇਂ ਦੇ ਵਿੱਚ ਦਿੱਲੀ 'ਚ ਜਿਹੜੀ ਸ਼ਰਾਬ ਨੂੰ ਲੈ ਕੇ ਐਕਸਾਈਜ਼ ਪਾਲਿਸੀ ਜਿਹੜੀ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ, ਉਹਦੇ ਵਿੱਚ ਹੋਏ ਵੱਡੇ ਘੁਟਾਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਸੀ ਉਹ ਇਸ ਸਾਰੇ ਮਸਲੇ ਦੀ ਜਾਂਚ ਜਿਹੜੀ ਕਰਦਾ ਪਿਆ। ਜਿਹੜਾ ਸ਼ਰਾਬ ਘੁਟਾਲਾ ਜਾਂ ਐਕਸਾਈਜ਼ ਨੀਤੀ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਬੜੇ ਲੂਪਹੋਲ ਸੀ, ਜਿਹਦੇ ਵਿੱਚ ਦੱਸਿਆ ਗਿਆ ਕਿ ਕੁਝ ਬੰਗਲੌਰ ਦੇ ਬੰਦਿਆਂ ਨੂੰ ਵਿੱਚ ਉਸ ਪਾਲਿਸੀ ਦੇ ਵਿੱਚ ਸ਼ਾਮਲ ਕੀਤਾ ਗਿਆ। ਔਰ ਜਦੋਂ ਇਹ ਪਾਲਿਸੀ ਬਣੀ ਤਾਂ ਉਸ ਪਾਲਿਸੀ ਦੇ ਵਿੱਚ ਜਿਹੜਾ ਸੀ ਅਰਵਿੰਦ ਨਾਮ ਦਾ ਇੱਕ ਵਿਅਕਤੀ ਸੀ, ਜਿਹੜਾ ਅਸੀਂ ਕਹਿ ਸਕਦੇ ਕਿ ਕੇਜਰੀਵਾਲ ਦਾ OPA ਸੀ, ਉਸਨੇ ਵੀ ਬੜੀ ਅਹਿਮ ਭੂਮਿਕਾ ਨਿਭਾਈ। ਔਰ ਉਸ ਤੋਂ ਇਲਾਵਾ ਜਿਹੜੇ ਠੇਕੇ ਸ਼ਰਾਬ ਦੇ ਸਨ ਉਹਨੂੰ L1 L2 ਉਹ ਇਸ ਤਰੀਕੇ ਨਾਲ ਵਧਾਏ ਜਾਂ ਘਟਾਏ ਕਿ ਜਿਸ ਦਾ ਸਿੱਧਾ ਫਾਇਦਾ ਕੁਝ ਖਾਸ ਵਿਅਕਤੀਆਂ ਨੂੰ ਜਿਹੜਾ ਉਹ ਜਾਂਦਾ ਸੀ। ਤੇ ਜਿਹੜਾ ਕੁਝ ਖਾਸ ਵਿਅਕਤੀਆਂ ਨੂੰ ਫਾਇਦਾ ਦੇਣ ਦੇ ਮੁੱਦੇ ਤੇ ਇਹ ਜਿਹੜੀ ਐਕਸਾਈਜ਼ ਪਾਲਿਸੀ ਦਿੱਲੀ ਸਰਕਾਰ ਨੇ ਬਣਾਈ, ਉਹਦੇ ਵਿੱਚੋਂ ਸਮਝਿਆ ਜਾਂਦਾ ਸੀ ਕਿ ਕੁਝ ਹਿੱਸਾ ਜਿਹੜਾ ਉਹ ਮਨੀਸ਼ ਸਿਸੋਦੀਆ ਨੂੰ ਜਿਹੜਾ ਦਿੱਲੀ ਦੇ ਉਪ ਮੁੱਖ ਮੰਤਰੀ ਆ ਉਹਨਾਂ ਕੋਲ ਜਿਹੜਾ ਜਾਂਦਾ ਹੈਗਾ। ਬਸ ਇਸ ਮਸਲੇ ਨੂੰ ਲੈ ਕੇ ਬਹੁਤ ਰੌਲਾ ਰੱਪਾ ਜਿਹੜਾ ਉਹ ਪੈਂਦਾ ਰਿਹਾ ਦਿੱਲੀ ਦੇ ਵਿੱਚ। ਤਾਂ ਤੁਹਾਨੂੰ ਯਾਦ ਹੋਵੇਗਾ ਕਿ ਇਸੇ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਵਿਰੋਧੀ ਦਲਾਂ ਨੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਸੀ, ਕਿਉਂਕਿ ਜਿਹੜੀ ਦਿੱਲੀ ਵਿੱਚ ਐਕਸਾਈਜ਼ ਪਾਲਿਸੀ ਲਾਗੂ ਕੀਤੀ ਗਈ ਉਹੀ ਐਕਸਾਈਜ਼ ਪਾਲਿਸੀ ਜਿਹੜੀ ਪੰਜਾਬ ਦੇ ਵਿੱਚ ਲਾਗੂ ਕਰਨ ਦਾ ਜਾਂ ਬਣਾਉਣ ਦਾ ਜਿਹੜਾ ਮੂਡ ਬਣਾਇਆ ਸੀ। ਤਾਂ ਫਿਰ ਤੁਹਾਨੂੰ ਯਾਦ ਹੋਵੇਗਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ ਵੀ ਕੁਝ IAS ਅਧਿਕਾਰੀਆਂ ਦੇ ਘਰਾਂ ਦੇ ਉੱਤੇ ਚੰਡੀਗੜ੍ਹ ਵਿਖੇ ਛਾਪੇਮਾਰੀ ਕੀਤੀ ਗਈ ਸੀ ਇਸੇ ਐਕਸਾਈਜ਼ ਪਾਲਿਸੀ ਨੂੰ ਲੈ ਕੇ। ਸੋ ਮੁੱਦਾ ਜਿਹੜਾ ਐਕਸਾਈਜ਼ ਪਾਲਿਸੀ ਦੇ ਤਹਿਤ ਕੁਝ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਂਦਾ ਸੀ ਤੇ ਉਹਦੇ ਵਿੱਚੋਂ ਕਮਿਸ਼ਨ ਦੇ ਆਧਾਰ ਤੇ ਜੋ ਕੁਝ ਉਹਨਾਂ ਨੂੰ ਕਮਿਸ਼ਨ ਮਿਲਣੀ ਸੀ ਉਹ ਬਹੁਤ ਕੁਝ ਉਹ ਮਨੀਸ਼ ਸਿਸੋਦੀਆ ਦੇ ਖਾਤੇ 'ਚ ਜਾਂਦਾ। ਤੇ ਇੱਕ ਦੋ ਬੰਦੇ ਜਿਹੜੇ ਸਨ ਉਹਨਾਂ ਨੇ ਵੀ ਇਸ ਦੇ ਸੰਬੰਧੀ ਆਣ ਕੇ ਸਟੇਟਮੈਂਟਾਂ ਰਿਕਾਰਡ ਕਰਾਈਆਂ ਸਨ
ਕਿ ਉਹਦੇ ਵਿੱਚ ਤਾਂ ਈਵਨ ਕਿ ਅਰਵਿੰਦ ਕੇਜਰੀਵਾਲ ਤੱਕ ਵੀ ਕਿਹਾ ਜਾ ਸਕਦਾ ਕਿ ਹੱਥ ਪਾਉਣ ਦਾ ਜਿਹੜਾ ਯਤਨ ਕੀਤਾ ਗਿਆ ਸੀ, ਪਰ ਉਸ ਸਥਿਤੀ ਹਾਲਾਂਕਿ ਬੁਲਾਇਆ ਵੀ ਗਿਆ ਪਰ ਉਹ ਗੱਲ ਕੋਈ ਬਣੀ ਨਹੀਂ। ਤਾਂ ਅਖੀਰ ਮਨੀਸ਼ ਸਿਸੋਦੀਆ ਨੂੰ ਇਸ ਐਕਸਾਈਜ਼ ਪਾਲਿਸੀ ਦੇ ਵਿੱਚ ਘਪਲੇਬਾਜ਼ੀ ਦੀ ਜਾਂਚ ਕਰਦੇ ਹੋਏ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਬੀਤੇ ਸਮੇਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ। ਇੱਕ ਉਹਨਾਂ ਦਾ ਹੋਰ ਮੰਤਰੀ ਸਤਿੰਦਰ ਜੈਨ, ਹਾਲਾਂਕਿ ਉਸਦਾ ਇਸ ਸੰਬੰਧ ਨਾਲ ਕੇਸ ਨਾਲ ਸੰਬੰਧ ਨਹੀਂ, ਪਰ ਉਹ ਵੀ ਜੇਲ੍ਹ ਦੇ ਅੰਦਰ ਹੈਗਾ। ਪਰ ਸ਼ਾਇਦ ਮੇਰਾ ਖਿਆਲ ਹੁਣ ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਜ਼ਮਾਨਤ ਤੇ ਬਾਹਰ ਹੈਗਾ, ਬੜੀਆਂ ਖਾਸ ਸਖਤ ਸ਼ਰਤਾਂ ਦੇ ਆਧਾਰ ਤੇ। ਖੈਰ, ਗੱਲ ਅਸੀਂ ਮਨੀਸ਼ ਸਿਸੋਦੀਆ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਕਾਰਵਾਈ ਦੀ ਗੱਲ ਕਰ ਰਹੇ ਹਾਂ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਬੀਤੇ ਸਮੇਂ ਤੋਂ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਗਿਆ। CBI ਨੇ ਵੀ ਗ੍ਰਿਫਤਾਰ ਕਰ ਲਿਆ ਤੇ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਨੇ। ਹੁਣ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਕੱਲ ਵੱਡੀ ਇੱਕ ਕਾਰਵਾਈ ਕਰਦੇ ਆ ਈਡੀ ਵੱਲੋਂ 52 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਮਨੀਸ਼ ਸਿਸੋਦੀਆ ਤੇ ਨਾਲ ਉਸ ਦਾ ਸੰਬੰਧਿਤ ਅਧਿਕਾਰੀ ਸਾਰੇ ਨੇ ਮਿਲਾ ਕੇ 52 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਆ ਉਸ ਨੂੰ ਕੁਰਕ ਕਰਨਾ ਜਿਹੜਾ ਉਹ ਕੀਤਾ ਗਿਆ। ਪ੍ਰਾਪਰਟੀ ਜਿਹੜਾ ਕਹਿ ਸਕਦੇ ਕਿ ਉਸ ਨੂੰ ਆਪਣੇ ਅਧਿਕਾਰ ਖੇਤਰ 'ਚ ਲੈ ਲਿਆ, ਕੁਰਕ ਜਿਹੜੇ ਕਰ ਦਿੱਤਾ ਗਿਆ। ਹੁਣ ਇਸ ਮਸਲੇ ਨੂੰ ਲੈ ਕੇ ਕੁਦਰਤੀ ਤੌਰ ਤੇ ਜਾਂ ਤੁਸੀਂ ਅਟੈਚ ਕਰ ਲਓ, ਜਿਹੜੀ ਜਿਸ ਤਰ੍ਹਾਂ ਤੁਸੀਂ ਆਪਣੇ ਸ਼ਬਦਾਂ ਵਿੱਚ ਕਹਿ ਰਹੇ ਸੀ ਕਿ ਪ੍ਰਾਪਰਟੀ 52 ਕਰੋੜ ਦੀ ਪ੍ਰਾਪਰਟੀ ਨੂੰ ਅਟੈਚ ਜਿਹੜਾ ਕੀਤਾ ਗਿਆ ਈਡੀ ਵੱਲੋਂ। ਹੁਣ ਇਹ ਮਸਲਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਸਲਾ, ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਇਹ ਇਲਜ਼ਾਮ ਲਾਉਂਦੀ ਰਹੀ ਹੈ ਕੇਂਦਰ ਸਰਕਾਰ ਤੇ ਕਿ ਕੇਂਦਰ ਸਰਕਾਰ ਉਹਨਾਂ ਦੀ ਸਰਕਾਰ ਨੂੰ ਦਿੱਲੀ ਦੇ ਵਿੱਚ ਚੱਲਣ ਨਹੀਂ ਦੇ ਰਹੀ। ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਹੁਣ ਈਡੀ ਨੇ ਇੰਨੀ ਵੱਡੀ ਕਾਰਵਾਈ ਕੀਤੀ ਹੈ, ਹਾਲਾਂਕਿ ਈਡੀ ਵੱਲੋਂ ਬੀਤੇ ਸਮੇਂ ਦੇ ਵਿੱਚ ਵੱਡੇ ਨੇਤਾਵਾਂ ਨੂੰ ਵੀ ਫੜ ਕੇ ਅੰਦਰ ਕੀਤਾ ਗਿਆ, ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰੇ ਨੂੰ ਵੀ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀ, ਹੋਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੀ। ਪਰ ਇਹੋ ਜਿਹੀ ਕਾਰਵਾਈ ਜਿਹੜੀ ਆ ਕਦੇ ਵੇਖਣ ਨੂੰ ਨਹੀਂ ਮਿਲੀ। ਉਹਨਾਂ ਨੂੰ ਛੱਡ ਵੀ ਦਿੱਤਾ ਗਿਆ, ਆਪਣੇ ਸੁਖਪਾਲ ਸਿੰਘ ਖਹਿਰੇ ਨੂੰ ਜਾਂ ਹੋਰ ਬੰਦਿਆਂ ਨੂੰ ਜਿਹਨਾਂ ਨੂੰ ਫੜਿਆ ਸੀ ਈਡੀ ਵੱਲੋਂ ਛੱਡ ਦਿੱਤਾ ਗਿਆ। ਈਵਨ ਕਿ ਤੁਸੀਂ ਬਿਕਰਮ ਮਜੀਠੀਆ ਨੂੰ ਜਦੋਂ ਈਡੀ ਵੱਲੋਂ ਜਾਂਚ ਕੀਤੀ ਗਈ, ਹਾਲਾਂਕਿ ਇਸ ਸੰਬੰਧ ਵਿੱਚ ਕਦੀ ਵੀ ਉਹਦੇ ਖਿਲਾਫ ਕੋਈ ਇਹੋ ਜਿਹੀ ਸਖਤ ਕਾਰਵਾਈ ਜਿਹੜੀ ਨਹੀਂ ਹੋਈ। ਪਰ ਜਿਸ ਤਰੀਕੇ ਨਾਲ ਮਨੀਸ਼ ਸਿਸੋਦੀਆ ਦੇ ਖਿਲਾਫ ਜਾਂ ਉਸਦੇ ਅਧਿਕਾਰੀ ਸੰਬੰਧਿਤ ਇਸ ਐਕਸਾਈਜ਼ ਪਾਲਿਸੀ ਦੇ ਤਹਿਤ ਜਿਹੜੇ ਬੰਦੇ ਈਡੀ ਦੇ ਨਾਮਜ਼ਦ ਕੀਤੇ, ਤਾਂ ਉਹਨਾਂ ਦੇ ਸੰਬੰਧੀ ਜਿਹੜੀ 52 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਸ ਨੂੰ ਅਟੈਚ ਕਰਨ ਦੀ ਜਿਹੜੀ ਕਾਰਵਾਈ ਆ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਜਿਹੜਾ ਉਹ ਪੈਦਾ ਕਰਦੀ ਆ ਕਿ ਵਾਕਿਆ ਇੰਨੇ ਵੱਡੇ ਪੱਧਰ ਤੇ ਘਪਲੇਬਾਜ਼ੀ ਹੋਈ, ਜਿਸ ਕਰਕੇ ਈਡੀ ਨੇ ਇੰਨੀ ਵੱਡੀ ਰਾਸ਼ੀ ਜਾਂ ਇੰਨੀ ਵੱਡੀ ਪ੍ਰਾਪਰਟੀ ਨੂੰ ਅਟੈਚ ਕਰਨ ਦਾ ਜਿਹੜਾ ਫੈਸਲਾ ਕੀਤਾ। ਕਿਉਂਕਿ ਜੋ ਮਰਜ਼ੀ ਕਹਿ ਲਓ, ਕਿਉਂਕਿ ਕਾਰਨ ਇਹ ਹੈ ਕਿ ਜੇਕਰ ਜਾਂਚ ਹੋਈ ਔਰ ਜਾਂਚ ਕੁਝ ਤੱਥ ਸਾਹਮਣੇ ਆਏ ਤਾਂ ਫਿਰ ਹੀ ਇਹ ਵੱਡੀ ਕਾਰਵਾਈ ਹੋਈ ਹੋਊਗੀ। ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਪਤਾ ਜੇਕਰ ਉਹ ਇਹੋ ਜਿਹੀ ਕਾਰਵਾਈ ਲੱਗੇ ਕਰਨ ਤਾਂ ਕੁਦਰਤੀ ਤੌਰ ਤੇ ਇਸ ਦਾ ਰੌਲਾ ਪਵੇਗਾ। ਸੁਪਰੀਮ ਕੋਰਟ ਵੀ ਜਿਹੜੇ ਸੰਬੰਧਿਤ ਧਿਰ ਜਾ ਸਕਦੀ ਹੈ, ਇਸ ਤਰੀਕੇ ਨਾਲ ਰਾਜਨੀਤਿਕ ਰੰਗਤ ਵੀ ਦੇਣ ਦਾ ਯਤਨ ਕੀਤੀ ਜਾ ਸਕਦੀ ਹੈ। ਪਰ ਜਿਸ ਤਰੀਕੇ ਦੇ ਨਾਲ ਈਡੀ ਨੇ ਇਹ ਕਾਰਵਾਈ ਕੀਤੀ ਹੈ, ਇਹ ਜਿੱਥੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਕਥਿਤ ਇਮਾਨਦਾਰੀ ਵਾਲੀ ਨੀਤੀ ਦੇ ਪ੍ਰਸ਼ਨ ਚਿੰਨ੍ਹ ਲਾਉਂਦੀ ਆ, ਉੱਥੇ ਨਾਲ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਨੂੰ ਵੀ ਦੇਖਦੀ ਆ ਕਿ ਕਾਰਵਾਈ ਇੰਨੇ ਲੰਮੇ ਚੱਲ ਕੇ ਤੇ ਇੰਨੀ ਵੱਡੀ ਅਗਰ ਕਾਰਵਾਈ ਹੋਈ ਆ ਤਾਂ ਫਿਰ ਕੁਦਰਤੀ ਤੌਰ ਤੇ ਦਾਲ ਵਿੱਚ ਕੁਝ ਕਾਲਾ ਤਾਂ ਜ਼ਰੂਰ ਹੋਵੇਗਾ। ਕਿਉਂਕਿ ਮਾਨ ਸਾਹਿਬ, ਆਟੇ ਵਿੱਚ ਲੂਣ ਤਾਂ ਗੁੰਨਿਆ ਜਾ ਸਕਦਾ ਪਰ ਕੱਲਾ ਲੂਣ ਨਹੀਂ ਗੁੰਨਿਆ ਜਾ ਸਕਦਾ। ਜੇਕਰ ਇੰਨੀ ਵੱਡੀ ਪ੍ਰਾਪਰਟੀ ਜਿਹੜੀ ਲੀਜ਼ ਅਟੈਚ ਕੀਤੀ ਗਈ ਤਾਂ ਕੁਦਰਤੀ ਤੌਰ ਤੇ ਫਿਰ ਕਾਲਾ ਮਾਲਾ ਤਾਂ ਜ਼ਰੂਰ ਹੋਇਆ। ਅਜੇ ਕਾਲੇ ਮਾਲੀ ਦੀਆਂ ਖਬਰਾਂ, ਈਡੀ ਦੀਆਂ ਖਬਰਾਂ ਆ ਰਹੀਆਂ ਸਨ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਵੀ ਸਾਹਮਣੇ ਆ ਗਏ। ਕੁਦਰਤੀ ਤੌਰ ਤੇ ਉਹਨਾਂ ਦੀ ਪਾਰਟੀ ਦਾ ਵਿਅਕਤੀ ਹੈਗਾ 2 ਨੰਬਰ ਦਾ ਮੁੱਖ ਮੰਤਰੀ ਨੇ, ਤਾਂ ਉਹਨਾਂ ਨੇ ਉਸ ਦਾ ਬਚਾਅ ਕਰਨਾ ਸੀ। ਉਹਨਾਂ ਨੇ ਕਿਹਾ ਕਿ ਵੇਖੋ ਜੀ, ਉਹਨਾਂ ਨੇ ਰਿਕਾਰਡ ਜਿਹੜਾ ਪੇਸ਼ ਕੀਤਾ, ਉਹਨਾਂ ਨੇ ਕਿਹਾ ਜੀ 52 ਕਰੋੜ ਦੀ ਤਾਂ ਗੱਲ ਹੀ ਨਹੀਂ, ਉਹਦੇ ਕੋਲ ਤਾਂ ਸਾਰੀ 80 ਲੱਖ ਦੀ ਪ੍ਰਾਪਰਟੀ ਤੇ 2018 ਤੋਂ ਪਹਿਲਾਂ ਦੀ ਇਹ ਪ੍ਰਾਪਰਟੀ ਹੈ, ਤਾਂ ਉਦੋਂ ਤਾਂ ਐਕਸਾਈਜ਼ ਪਾਲਿਸੀ ਵੀ ਜਿਹੜੀ ਨਹੀਂ ਸੀ ਬਣੀ। ਇਸ ਤਰੀਕੇ ਨਾਲ ਉਹਨਾਂ ਬੜਾ ਵੱਡਾ ਬਿਆਨ ਦੇ ਕੇ ਕੇਂਦਰ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਲਿਆ। ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਿ ਕੇਂਦਰ ਸਰਕਾਰ ਦੇ ਕਈ ਮੰਤਰੀ ਭ੍ਰਿਸ਼ਟ ਨੇ, ਕਈਆਂ ਦੇ ਮੁਕੱਦਮੇ ਚੱਲਦੇ ਪਏ ਨੇ, ਕਈ ਉਹਨਾਂ ਦੇ ਖਿਲਾਫ ਅੱਜ ਤੱਕ ਕਾਰਵਾਈ ਜਿਹੜੀ ਉਹ ਕਿਉਂ ਨਹੀਂ ਹੋਈ। ਕੇਵਲ ਤੇ ਕੇਵਲ ਇਹਨਾਂ ਨੂੰ ਹੀ ਇਸ ਪੱਧਰ ਤੇ ਜਾਂਚ ਕਰਕੇ ਜਾਂ ਕਰਕੇ ਅਜਿਹੀ ਕਾਰਵਾਈ ਕਰਕੇ ਇਹਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ। ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ। ਜਿਸ ਤਰੀਕੇ ਨਾਲ ਪੋਲੀਟੀਕਲ ਲੋਕ ਬਿਆਨ ਦਿੰਦੇ ਨੇ, ਉਹੋ ਜਿਹਾ ਬਿਆਨ ਅਰਵਿੰਦ ਕੇਜਰੀਵਾਲ ਦਾ ਬਿਆਨ ਵੀ ਆ ਗਿਆ। ਉਹਨਾਂ ਨੇ 52 ਕਰੋੜ ਦੀ ਗੱਲ ਕੀਤੀ, ਇਹਨਾਂ ਨੇ 80 ਲੱਖ ਦੀ ਕਹਿਤੀ ਔਰ ਕਿਹਾ ਕਿ 80 ਲੱਖ ਵੀ 2018 ਤੋਂ ਪਹਿਲਾਂ ਦੀ ਹੈ। ਹੁਣ ਮਾਨ ਸਾਹਿਬ, ਇਹਦੇ ਵਿੱਚ ਸੱਚਾ ਕੌਣ ਤੇ ਝੂਠਾ ਕੌਣ, ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈਗਾ। ਪਰ ਜਿਸ ਤਰੀਕੇ ਨਾਲ ਇਹ ਤੱਥ ਸਾਹਮਣੇ ਆਏ ਨੇ, ਹੁਣ ਤੁਸੀਂ ਪੰਜਾਬ ਦੇ ਵਿੱਚ ਅਗਰ ਕਾਰਵਾਈ ਦੀ ਗੱਲ ਕਰੋ, ਪੰਜਾਬ ਦੇ ਵਿੱਚ ਆਏ ਦਿਨ ਆਮ ਆਦਮੀ ਪਾਰਟੀ ਦੀ ਵਿਜੀਲੈਂਸ ਵੱਲੋਂ ਕਦੀ ਕਿਸੇ ਮੰਤਰੀ ਨੂੰ ਫੜ ਲਿਆ ਜਾਂਦਾ, ਕਦੇ ਕਿਸੇ ਮੰਤਰੀ ਸਾਬਕਾ ਮੰਤਰੀ ਕਾਂਗਰਸੀ ਨੂੰ ਫੜ ਲਿਆ ਜਾਂਦਾ, ਜੇਲ੍ਹ ਦੇ ਅੰਦਰ ਡੱਕ ਦਿੱਤਾ ਜਾਂਦਾ। ਹੁਣ ਭਾਰਤ ਭੂਸ਼ਣ ਆਸ਼ੂ ਦੇ ਕੇਸ ਦੀ ਗੱਲ ਕਰਾਂ ਤਾਂ ਬੜੇ ਵੱਡੇ ਦਾਅਵੇ ਵਿਜੀਲੈਂਸ ਦੇ ਉਸ ਸੰਬੰਧ 'ਚ ਕੀਤੇ ਜਾਂ ਸਾਧੂ ਸਿੰਘ ਧਰਮਸੋਤ ਦੇ ਸੰਬੰਧ ਵਿੱਚ ਕੀਤੇ, ਪਰ ਕਾਂਗਰਸ ਹਮੇਸ਼ਾ ਉਹਨਾਂ ਦੀ ਪਿੱਠ ਤੇ ਖਲੋਤੀ ਨਜ਼ਰ ਆਉਂਦੀ ਹੈ। ਉਹ ਕਹਿੰਦੀ ਕਿ ਨਹੀਂ, ਸਾਡੇ ਬੰਦਿਆਂ ਨਾਲ ਪੋਲੀਟੀਕਲ ਵੈਂਡੈਟਾ ਹੋ ਜਾਇਆ। ਤਾਂ ਉਹੋ ਜਿਹੀ ਜਿਹੜੀ ਬਿਆਨਬਾਜ਼ੀ ਹੈ ਦਿੱਲੀ ਦੇ ਵਿੱਚ ਹੋ ਗਈ ਆ।
ਜੇਕਰ ਹੁਣ ਮਨੀਸ਼ ਸਿਸੋਦੀਆ ਦੇ ਖਿਲਾਫ ਏਡੀ ਵੱਡੀ ਕਾਰਵਾਈ ਹੋਈ ਹੈ ਜਾਂ ਉਸਦੇ ਸਾਥੀਆਂ ਦੇ ਖਿਲਾਫ ਕਾਰਵਾਈ ਹੋਈ ਹੈ ਤਾਂ ਕੁਦਰਤੀ ਤੌਰ ਤੇ ਅਰਵਿੰਦ ਕੇਜਰੀਵਾਲ ਨੂੰ ਤਾਂ ਅਜਿਹਾ ਪ੍ਰਤੀਕਰਮ ਹੀ ਆਉਣ ਦੀ ਆਸ ਸੀ। ਪਰ ਇਹ ਸਥਿਤੀਆਂ ਬਿਲਕੁਲ ਉਸੇ ਤਰੀਕੇ ਦੀਆਂ ਨਹੀਂ। ਅਰਵਿੰਦ ਕੇਜਰੀਵਾਲ ਦਾ ਬਿਆਨ ਤੇ ਪੰਜਾਬ ਵਿੱਚ ਕਾਂਗਰਸੀ ਨੇਤਾਵਾਂ ਰਾਜੇ ਵੜਿੰਗ ਜਾਂ ਪ੍ਰਤਾਪ ਬਾਜਵੇ ਦਾ ਬਿਆਨ ਬਿਲਕੁਲ ਉਸੇ ਤਰੀਕੇ ਨਾਲ ਹੈ ਕਿ ਆਪੋ ਆਪਣੇ ਬੰਦਿਆਂ ਨੂੰ ਅਸੀਂ ਬਚਾ ਕਰਦਾ ਉਹਨਾਂ ਦੇ ਹੱਕ ਵਿੱਚ ਖਲੋਣਾ। ਬਾਕੀ ਇਹ ਜਿਹੜੀ ਕਾਰਵਾਈ ਹੁਣ ਹੋਈ ਹੈ, ਗੱਲ ਇੱਥੇ ਮੈਂ ਆਪਣੀ ਸਮਾਪਤ ਕਰਦਾ ਕਿ ਜੋ ਕਾਰਵਾਈ ਹੋਈ ਹੈ ਇਹ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਇਮਾਨਦਾਰੀ ਵਾਲੀ ਜਿਹੜੀ ਛਵੀ ਆ, ਜਿਸ ਨੂੰ ਕਹਿੰਦੇ ਕਿ ਅਸੀਂ ਇਹਦੇ ਨਾਲ ਸਥਾਪਿਤ ਆ, ਉਸ ਦੇ ਅਸਲ ਕਿਰਦਾਰ ਨੂੰ ਵੀ ਨੰਗਾ ਕਰਦੀ ਹੈ। ਤੇ ਦੂਜੇ ਪਾਸੇ ਇਹ ਵੀ ਹੁਣ ਵੇਖਣਾ ਹੋਵੇਗਾ ਕਿ ਈਡੀ ਦੀ ਇਹ ਜਿਹੜੀ ਗਤੀਵਿਧੀ ਹੈ ਜਾਂ ਈਡੀ ਨੇ ਇਹ ਜਿਹੜੀ ਕਾਰਵਾਈ ਕੀਤੀ ਹੈ ਕੇਵਲ ਇੱਥੋਂ ਤੱਕ ਸੀਮਿਤ ਹੈ ਜਾਂ ਇਸ ਤੋਂ ਅੱਗੇ ਵੀ ਜਾ ਸਕਦੀ ਹੈ। ਬਾਕੀ ਜਿਹੜੀ ਇਹ ਈਡੀ ਦੀ ਇਸ ਕਾਰਵਾਈ ਨੇ ਆਮ ਆਦਮੀ ਪਾਰਟੀ ਨੂੰ ਇੱਕ ਬੌਖੀ ਘੜੀ ਦੇ ਵਿੱਚ ਜ਼ਰੂਰ ਪਾਤਾ, ਕਿਉਂਕਿ ਇੰਨੀ ਵੱਡੀ ਕਾਰਵਾਈ ਜਿਹੜੀ ਆ ਮੇਰਾ ਖਿਆਲ ਪਹਿਲੀ ਵਾਰੀ ਜਿਹੜੀ ਕਿਸੇ ਮੰਤਰੀ ਜਾਂ ਨੇਤਾ ਦੇ ਖਿਲਾਫ ਹੋਈ। ਜੀ ਬਿਲਕੁਲ ਬਿਲਕੁਲ। ਸੋ ਆਪਾਂ ਤਾਂ ਹੀ ਕਹਿ ਰਹੇ ਸੀ ਵੀ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ 'ਚ ਚੋਖਾ ਵਾਅਦਾ ਕਰਤਾ ਹੈ ਈਡੀ ਨੇ, ਭਾਵੇਂ ਕਿ ਅਰਵਿੰਦ ਕੇਜਰੀਵਾਲ ਡਿਫੈਂਡ ਕਰਦੇ ਆਏ ਨੇ ਇਸ ਮਾਮਲੇ ਦੇ ਉੱਪਰ ਵੀ ਮਨੀਸ਼ ਸਿਸੋਦੀਆ ਨੂੰ, ਤੇ ਅੰਕੜੇ ਜ਼ਾਹਰ ਵੀ ਉਹਨਾਂ ਨੇ ਕੀਤਾ, ਟਵੀਟ ਕੀਤਾ ਅੰਕੜਿਆਂ ਨੂੰ ਲੈ ਕੇ ਵੀ ਅੰਕੜੇ ਇਹ ਨਹੀਂ, ਅੰਕੜੇ ਨੇ ਇਹ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਡਿਫੈਂਡ ਉਹਨਾਂ ਵੱਲੋਂ ਬਣਦਾ ਵੀ ਸੀ ਕਿਉਂਕਿ ਵੱਡੇ ਨੇਤਾ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਕਾਰਨ ਪੂਰੇ ਆਮ ਆਦਮੀ ਪਾਰਟੀ ਉੱਪਰ ਪ੍ਰਭਾਵ ਪਏਗਾ, ਆਮ ਆਦਮੀ ਪਾਰਟੀ ਦੀ ਛਵੀ ਉੱਪਰ ਪ੍ਰਭਾਵ ਪਏਗਾ। ਇਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਨਾਲ ਦੀ ਨਾਲ ਇਹ ਟਵੀਟ ਕਰ ਦਿੱਤਾ ਗਿਆ। ਦੂਸਰੇ ਪਾਸੇ ਗੱਲ ਕਰਾਂਗੇ ਅਹਿਮ ਖੁਲਾਸਿਆਂ ਦੀ, ਵੱਡੇ ਖੁਲਾਸਿਆਂ ਦੀ। ਖੁਲਾਸੇ ਨਵੇਂ ਬਣੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੇ ਗਏ ਨੇ। ਉਹਨਾਂ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਆਖਰ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਹੀ ਪ੍ਰਧਾਨ ਕਿਉਂ ਲਾ ਦਿੱਤਾ ਗਿਆ, ਕਿਉਂਕਿ ਸਿਰਫ ਔਰ ਸਿਰਫ ਤਕਰੀਬਨ 1 ਸਾਲ ਪਹਿਲਾਂ ਹੀ ਉਹ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ 'ਚ ਆਏ ਨੇ, ਤੇ ਆਉਂਦਿਆਂ ਹੀ 1 ਸਾਲ ਦੇ ਵਿੱਚ ਉਹਨਾਂ ਨੂੰ ਵੱਡਾ ਅਹੁਦਾ ਦਿੱਤਾ ਗਿਆ। ਆਖਰ ਉਹਨਾਂ ਨੂੰ ਹੀ ਇਹ ਅਹੁਦਾ ਕਿਉਂ ਦਿੱਤਾ ਗਿਆ, ਉਹਨਾਂ ਨੂੰ ਹੀ ਪ੍ਰਧਾਨਗੀ ਕਿਉਂ ਦਿੱਤੀ ਗਈ ਹੈ, ਇਸ ਬਾਰੇ ਖੁਲਾਸੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਤੇ ਨਾਲ ਉਹਨਾਂ ਨੇ ਕਾਂਗਰਸ ਵਾਸਤੇ ਹੀ ਵੱਡੀ ਗੱਲ ਆਖਤੀ ਹੈ ਕਿ ਕਾਂਗਰਸ ਪਾਰਟੀ ਨੇ 50 ਸਾਲਾਂ ਵਿੱਚ ਉਹਨਾਂ ਨੂੰ ਪਛਾਣਿਆ ਹੀ ਨਹੀਂ। ਇਹ ਵੀ ਉਹਨਾਂ ਨੇ ਨਾਲ ਗੱਲ ਕਹੀ ਹੈ, ਇਲਜ਼ਾਮ ਕਹਿ ਦਈਏ ਵੀ ਕਾਂਗਰਸ ਦੇ ਉੱਪਰ ਲਗਾਏ ਨੇ। ਕਿਵੇਂ ਦੇਖ ਰਹੇ ਹੋ ਉਹਨਾਂ ਦੇ ਇਸ ਬਿਆਨ ਨੂੰ, ਤੇ ਕਿਹੜੇ ਉਹ ਖੁਲਾਸੇ ਨੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਆਖਰ ਕੁਰਸੀ ਉਹਨਾਂ ਨੂੰ ਹੀ ਕਿਉਂ ਮਿਲੀ ਹੈ? ਦੇਖੋ, ਆਪਣੇ ਮਾਨ ਸਾਹਿਬ ਜਾਖੜ ਸਾਹਿਬ ਨਵੇਂ ਪੰਜਾਬ ਦੇ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਬਣੇ ਨੇ, ਤੇ ਉਹਨਾਂ ਵੱਲੋਂ ਕੁਦਰਤੀ ਤੌਰ ਤੇ ਆਪਣੀ ਪਾਰਟੀ ਦੇ ਜਿਹੜੇ ਸੋਲੇ ਆ ਹਾਈ ਕਮਾਂਡ ਦੇ ਉਹ ਗਾਉਣੇ। ਸੁਨੀਲ ਜਾਖੜ ਸਾਹਿਬ ਇੱਕ ਬੜੇ ਸੁਲਝੇ ਹੋਏ ਇੱਕ ਇਮਾਨਦਾਰ ਨੇਤਾ ਦੀ ਛਵੀ ਵਾਲੇ, ਅਸੀਂ ਕਹਿ ਸਕਦੇ ਇਮਾਨਦਾਰ ਛਵੀ ਵਾਲੇ ਨੇਤਾ ਪੰਜਾਬ ਦੇ ਵਿੱਚ ਮੰਨੇ ਜਾਂਦੇ ਆ, ਜਿਹੜੇ ਅੱਜ ਤੱਕ ਕਿਸੇ ਵਾਦ ਵਿਵਾਦ ਦਾ ਜਿਹੜਾ ਉਹ ਹਿੱਸਾ ਨਹੀਂ ਬਣੇ ਜਾਂ ਵਿਸ਼ਾ ਕਦੇ ਨਹੀਂ ਬਣੇ। ਉਹਨਾਂ ਦਾ ਲੋਕ ਇਸ ਪੱਖ ਤੋਂ ਜਿਹੜਾ ਹਮੇਸ਼ਾ ਸਤਿਕਾਰ ਕਰਦੇ ਰਹੇ ਆ, ਔਰ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੇ ਲੰਮਾ ਸਮਾਂ ਜਿਹੜਾ ਉਹ ਕੰਮ ਕੀਤਾ, ਔਰ ਕਾਂਗਰਸ ਦੇ ਉੱਚ ਅਹੁਦਿਆਂ ਤੇ ਉਹ ਬਿਰਾਜਮਾਨ ਰਹੇ ਨੇ, ਤੇ ਹੁਣ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਨੇ। ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਹੋਰ ਨਿੱਕੀ ਜਿਹੀ ਗੱਲ ਜ਼ਰੂਰ ਕਰਾਂਗਾ। ਆਮ ਤੌਰ ਤੇ ਇਹ ਸਮਝਿਆ ਜਾਂਦਾ ਕਿ ਜਿੰਨਾ ਮਰਜ਼ੀ ਕੋਈ ਭ੍ਰਿਸ਼ਟ ਵਿਅਕਤੀ ਹੋਵੇ, ਜਿਸ ਤਰ੍ਹਾਂ ਜੀਤ ਪਵਾਰ ਆਪਣੇ ਮਹਾਰਾਸ਼ਟਰ ਦੇ ਵਿੱਚ ਹੈਗੇ ਆ, ਜਾਂ ਹੋਰ ਬੰਦੇ ਇਹੋ ਜਿਹੇ ਨਾਮ ਨੇ ਭ੍ਰਿਸ਼ਟ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਆ, ਕਹਿੰਦੇ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ ਕਿ ਜਿਹੜਾ ਵੀ ਬੰਦਾ ਉਸ ਜਿੱਦਾਂ ਦਾ ਮਰਜ਼ੀ ਕਰਪਟ ਹੋਵੇ, ਭ੍ਰਿਸ਼ਟ ਹੋਵੇ, ਜਦੋਂ ਵੀ ਉਸ ਪਾਰਟੀ 'ਚ ਜਾਂਦਾ ਉਹ ਗੰਗਾ ਜਲ ਨਾਲ ਨਵਾ ਕੇ ਜਾਂ ਇਹੋ ਜਿਹਾ ਟੀਨੋਪਾਲ ਪਾ ਕੇ ਇੱਕ ਛੱਟਾ ਦਿੰਦਾ ਤੇ ਬੰਦਾ ਬਿਲਕੁਲ ਸਾਫ਼ ਹੋ ਜਾਂਦਾ, ਭ੍ਰਿਸ਼ਟ ਸਭ ਦਾਗ ਉਹਦੇ ਮਿਟ ਜਾਂਦੇ ਨੇ ਬੇਈਮਾਨੀ ਦੇ। ਇੱਕ ਉਹ ਵਧੀਆ ਸੰਤ ਟਾਈਪ ਜਿਹਾ ਬੰਦਾ ਬਣ ਜਾਂਦਾ ਜਦੋਂ ਭਾਜਪਾ 'ਚ ਦਾਖਲ ਜਾਂਦਾ। ਜਿਹੜਾ ਮਰਜ਼ੀ ਭ੍ਰਿਸ਼ਟ ਵਿਅਕਤੀ ਜਾਵੇ, ਪਰ ਉਹਨਾਂ ਕੋਲ ਇੱਕ ਅਜਿਹਾ ਅਸੀਂ ਕਹਿ ਸਕਦੇ ਹਾਂ ਕਿ ਧੋਣ ਵਾਲਾ ਸਾਬਣ ਆ ਉਸ ਤੇ ਦਾਗਾਂ ਨੂੰ, ਕਿ ਬੰਦਾ ਜਾ ਕੇ ਬਿਲਕੁਲ ਸਾਫ਼ ਸੁਥਰੀ ਛਵੀ ਦਾ ਬਣ ਜਾਂਦਾ। ਉਸ ਤੇ ਜਿੰਨੇ ਗੁਨਾਹ ਹੁੰਦੇ ਨੇ ਸਭ ਤੋਂ ਧੋਤੇ ਜਾਂਦੇ ਨੇ। ਬੇਸ਼ੱਕ ਉਹ ਕਾਂਗਰਸ ਪਾਰਟੀ ਦੇ ਹੋਣ ਤਾਂ ਕਿਸੇ ਪਾਰਟੀ 'ਚੋਂ ਗਏ ਹੁਣ, ਜਦੋਂ ਭਾਜਪਾ ਦੀ ਉਹ ਸ਼ਰਨ ਵਿੱਚ ਚਲੇ ਜਾਂਦੇ ਨੇ, ਉਹਨਾਂ ਦਾ ਜਿਸ ਤਰ੍ਹਾਂ ਕਿ 84 ਜਿਹੜੀ ਆ ਉਹਨਾਂ ਦੀ ਕੱਟੀ ਜਾਂਦੀ। ਹੁਣ ਪੰਜਾਬ ਜਿਹੜੇ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਹੋਣੀ ਨੇ, ਇਹ ਕਾਂਗਰਸ ਦੇ ਵਿੱਚੋਂ ਗਏ। ਇਹਨਾਂ ਨੂੰ ਅੱਜ ਤੱਕ ਜਿਹੜੀ ਇੱਕ ਟੀਸ ਇਹਨਾਂ ਦੇ ਮਨ ਵਿੱਚੋਂ ਨਹੀਂ ਗਈ, ਜਿਸ ਕਰਕੇ ਇਹਨਾਂ ਨੇ ਸਰਗਰਮ ਸਿਆਸਤ ਤੋਂ ਜਿਹੜਾ ਸੰਨਿਆਸ ਲੈ ਲਿਆ ਸੀ। ਉਸ ਦਾ ਕਾਰਨ ਇਹ ਸੀ ਕਿ ਇਹ ਮੁੱਖ ਮੰਤਰੀ ਬਣਨ ਦੇ ਚਾਹਵਾਨ ਸਨ। ਤਾਂ ਮੁੱਖ ਮੰਤਰੀ ਜਦੋਂ ਬਣਨ ਲੱਗੇ ਤਾਂ ਬੀਬੀ ਅੰਬਿਕਾ ਸੋਨੀ ਆ ਕਹਿੰਦੇ ਨੇ ਕਿ ਉਹਨੇ ਭਾਨੀ ਮਾਰਤੀ ਕਿ ਨਹੀਂ ਜੀ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ। ਤਾਂ ਕਹਿੰਦੇ ਸੁਨੀਲ ਜਾਖੜ ਦਾ ਨਾਮ ਤੇ ਗੁਣਾ ਪੈਂਦਾ ਇੱਕ ਵਾਰੀ ਰਹਿ ਗਿਆ ਤਾਂ ਸੁਨੀਲ ਜਾਖੜ ਬਾਹਰ ਹੋ ਗਏ। ਤਾਂ ਉਹ ਟੀਸ ਜਿਹੜੀ ਉਹ ਪੀੜ ਆ ਉਹ ਸੁਨੀਲ ਜਾਖੜ ਦੇ ਮਨ ਦੇ ਵਿੱਚੋਂ ਅਜੇ ਤੱਕ ਨਹੀਂ ਗਈ। ਤਾਂ ਉਹਨਾਂ ਨੇ ਪਾਰਟੀ ਛੱਡਤੀ। ਹਮੇਸ਼ਾ ਉਹ ਗੱਲ ਬਾਰ-ਬਾਰ ਵੀ ਕਹਿੰਦੇ। ਤੇ ਹੁਣ ਉਸ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਗਏ ਨੇ, ਜਿਹੜੀ ਪਾਰਟੀ ਹੈ ਹੀ ਹਿੰਦੂਤਵ ਦੇ ਨਾਅਰੇ ਦੇ ਨਾਲ ਚੱਲਦੀ ਆ। ਪਰ ਹੁਣ ਜਿਸ ਤਰੀਕੇ ਨਾਲ ਪ੍ਰਧਾਨ ਬਣਨ ਤੋਂ ਬਾਅਦ
ਉਹਨਾਂ ਦਾ ਪਹਿਲਾ ਬਿਆਨ ਇੱਕ ਇਹ ਆਇਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਦੀ ਉਹਨਾਂ ਨੂੰ ਜ਼ਿੰਮੇਵਾਰੀ ਇਸ ਕਰਕੇ ਦਿੱਤੀ ਗਈ ਕਿ ਭਾਜਪਾ ਨੇ ਉਹਨਾਂ ਦੇ ਅੰਦਰਲੇ ਗੁਣਾਂ ਨੂੰ ਪਛਾਣਿਆ, ਜਿਸ ਤਰੀਕੇ ਨਾਲ ਪੰਜਾਬੀਅਤ ਨੂੰ ਉਹ ਪਿਆਰ ਕਰਦੇ ਆ, ਸਿਰਫ ਤੇ ਸਿਰਫ ਇਸ ਚੀਜ਼ ਦੀ ਪਛਾਣ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ, ਤੇ ਇਸ ਕਰਕੇ ਉਹਨਾਂ ਨੂੰ ਇਹ ਜਿਹੜਾ ਅਹੁਦਾ ਆ ਇਹ ਜਿਹੜਾ ਬਖਸ਼ ਦਿੱਤਾ। ਤੇ ਨਾਲ ਹੀ ਉਹਨਾਂ ਨੇ ਅੱਗੇ ਜਾ ਕੇ ਇਹ ਵੀ ਗੱਲ ਕੀਤੀ ਆ, ਕਹਿੰਦੇ ਮੈਂ 50 ਸਾਲ ਕਾਂਗਰਸ ਦੇ ਵਿੱਚ ਰਿਹਾ, ਪਰ 50 ਸਾਲ ਮੇਰੀਆਂ ਜਿਹੜੀਆਂ ਪੰਜਾਬ ਜਾਂ ਪੰਜਾਬੀਆਂ ਦੇ ਪ੍ਰਤੀ ਜੋ ਮੇਰੇ ਮਨ 'ਚ ਦਰਦ ਆ, ਉਸ ਨੂੰ ਜਿਹੜੀ ਪੰਜਾਬ ਕਾਂਗਰਸ ਆ ਜਾਂ ਕਾਂਗਰਸ ਪਛਾਣ ਨਹੀਂ ਸਕੀ। ਕਾਂਗਰਸ ਨੇ ਮੇਰੀ ਉਹਨਾਂ ਚੀਜ਼ਾਂ ਦਾ ਮੁੱਲ ਜਿਹੜਾ ਉਹ ਨਹੀਂ ਪਾਇਆ। ਬੜੇ ਹੈਰਾਨੀਜਨਕ ਬਿਆਨ ਆ ਕਿ ਉਹ ਕਾਂਗਰਸ ਜਿਹਦੇ ਤੁਸੀਂ ਇੱਕ ਵਾਰੀ ਲੋਕ ਸਭਾ ਮੈਂਬਰ ਰਹੇ ਜੇ, 3 ਵਾਰ ਤੁਸੀਂ ਵਿਧਾਇਕ ਰਹੇ ਜੇ, ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਜੇ, ਪਰ ਉਹਨਾਂ ਨੇ ਤੁਹਾਡੀ ਪੰਜਾਬੀਅਤ ਨੂੰ ਨਹੀਂ ਪਛਾਣਿਆ। ਤੇ ਹੁਣ ਤੁਹਾਡੀ ਅਸਲ 'ਚ ਪੰਜਾਬੀ ਦੇ ਪ੍ਰਤੀ ਜੋ ਤੁਹਾਡਾ ਮੋਹ ਹੈ, ਜੋ ਤੁਸੀਂ ਕੰਮ ਕੀਤਾ ਪੰਜਾਬ ਵਾਸਤੇ, ਉਸ ਕੰਮ ਦਾ ਮੁੱਲ ਹੁਣ ਭਾਜਪਾ ਪਾ ਰਹੀ ਆ। ਇਹ ਉਹਨਾਂ ਦਾ ਤਰਕ ਹੈ, ਬਟ ਬੜਾ ਅਜੀਬੋ-ਗਰੀਬ ਤਰਕ ਆ ਕਿ ਜਿਸ ਪਾਰਟੀ 'ਚ ਤੁਸੀਂ 50 ਸਾਲ ਰਹੇ, ਉਹ ਚੌਧਿਆਂ ਦਾ ਨਹੀਂ ਮੰਨਿਆ, ਉੱਥੇ ਤਾਂ ਤੁਹਾਨੂੰ ਉਹਨਾਂ ਨੇ ਪਛਾਣਿਆ ਨਹੀਂ। ਦੂਜੀ ਪਾਰਟੀ ਜਿਹੜੀ ਭਾਜਪਾ, ਉਹ ਦੂਰਬੀਨ ਲੈ ਕੇ ਇਹੋ ਤਲਾਸ਼ ਕਰ ਰਹੀ ਸੀ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਕਿਹੜੇ ਬੰਦੇ ਆ ਜਿਹੜੇ ਪੰਜਾਬ ਦੇ ਸੱਚੇ ਅਤੈਸ਼ੀ ਆ, ਤਾਂ ਉਹਨਾਂ ਨੂੰ ਚੁੱਕ ਕੇ ਆਪਣੀ ਪਾਰਟੀ 'ਚ ਲੈ ਆਈਏ। ਤੇ ਸ਼ਾਇਦ ਭਾਜਪਾ ਨੂੰ ਆਪਣੀ ਇਕਾਈ, ਪੰਜਾਬ ਦੀ ਇਕਾਈ ਦੇ ਵਿੱਚ ਕੋਈ ਬੰਦਾ ਅਜਿਹਾ ਲੱਭਾ ਹੀ ਨਹੀਂ ਕਿ ਜਿਹੜਾ ਵਾਕਈ ਪੰਜਾਬੀ ਦੇ ਪ੍ਰਤੀ ਇੰਨਾ ਹਥੈਸ਼ੀ ਹੋਵੇ ਜਿੱਦਾਂ ਸੁਨੀਲ ਜਾਖੜ। ਇਹ ਆਪਣੇ ਆਪ ਦੇ ਵਿੱਚ ਵੀ ਇੱਕ ਵੱਡਾ ਪ੍ਰਸ਼ਨ ਆ ਜਿਹੜਾ ਸੁਨੀਲ ਜਾਖੜ ਨੇ ਜਿਹੜਾ ਪੈਦਾ ਕੀਤਾ। ਸੋ ਸੁਨੀਲ ਜਾਖੜ ਦੇ ਇਹ ਜਿਹੜੇ ਬਿਆਨ ਨੇ, ਇਹ ਸਿਰਫ ਤੇ ਸਿਰਫ ਮਾਨ ਸਾਹਿਬ ਆਪਣੀ ਪਾਰਟੀ ਦੀ ਹਾਈ ਕਮਾਨ ਦੇ ਸੋਲੇ ਗਾਉਣ ਤੱਕ ਸੀਮਿਤ ਹੈਗਾ, ਕਿਉਂਕਿ ਜਿਸ ਤਰੀਕੇ ਨਾਲ ਪੰਜਾਬੀ ਦੇ ਪ੍ਰਤੀ ਪਿਆਰ, ਇਹੋ ਹੀ ਸੁਨੀਲ ਜਾਖੜ ਨੇ ਜਿਹੜੇ ਭਾਜਪਾ ਨੂੰ ਪਾਣੀ ਪੀ ਪੀ ਕੇ ਕੋਸ ਕੇ ਜਿਹੜੇ ਨਾ ਕੋਸਦੇ ਰਹੇ ਆ, ਭਾਜਪਾ ਦੀਆਂ ਨੀਤੀਆਂ ਦਾ ਜ਼ਬਰਦਸਤ ਵਿਰੋਧ ਕਰਦੇ ਰਹੇ ਆ, ਭਾਜਪਾ ਦੀ ਹਿੰਦੂਤਵ ਨੀਤੀਆਂ ਦਾ ਜਿੰਨਾ ਸੁਨੀਲ ਜਾਖੜ ਗੁਰਦਾਸਪੁਰ ਵਿੱਚ ਮੈਨੂੰ ਪਤਾ ਜਦੋਂ ਰੈਲੀ ਦੇ ਵਿੱਚ ਬੋਲਦੇ ਰਹੇ ਆ, ਤਾਂ ਉਸ ਸਮੇਂ ਕਿਸ ਤਰੀਕੇ ਨਾਲ ਭਾਜਪਾ ਦੀ ਨੀਤੀਆਂ ਦਾ ਵਿਰੋਧ ਕੀਤਾ, ਤੇ ਉਸ ਸਮੇਂ ਆਪਣੀ ਦਿੱਖ ਨੂੰ ਇਹ ਸੈਕੂਲਰ ਦਿੱਖ ਸਥਾਪਿਤ ਕਰਨ ਦੇ ਮੂਡ ਦੇ ਵਿੱਚ ਰਹੇ ਹਮੇਸ਼ਾ। ਕਾਂਗਰਸ ਪਾਰਟੀ ਜੋ ਦਾਅਵਾ ਕਰਦੀ ਹੈ, ਪਰ ਹੁਣ ਜਿਸ ਤਰੀਕੇ ਦੇ ਨਾਲ ਉਸ ਪਾਰਟੀ ਦੇ ਪ੍ਰਧਾਨ ਬਣ ਗਈ ਜਿਹੜੀ ਹਿੰਦੂਤਵ ਦੇ ਨਾਅਰੇ ਨੂੰ ਚੱਲਦੀ ਹੈ, ਤਾਂ ਉੱਥੇ ਸੁਨੀਲ ਜਾਖੜ ਦੀ ਭੂਮਿਕਾ ਕੀ ਹੋਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। ਬਾਕੀ ਉਹਨਾਂ ਨੇ ਹੋਰ ਗੱਲਾਂ ਵੀ ਜਿਹੜੀਆਂ ਕੀਤੀਆਂ ਨੇ, ਬਾਕੀ ਕਹਿੰਦੇ ਜੇ ਨਹੀਂ ਕਾਂਗਰਸ ਮਾਫ ਕਰਦਾ ਭਾਰਤੀ ਜਨਤਾ ਪਾਰਟੀ ਆਪਣੇ ਮੁੱਦੇ ਤੇ ਚੋਣ ਲੜੂਗੀ, 2024 ਦੀ ਚੋਣ ਵੀ ਇਹੀ ਲੜਾਂਗੇ। ਬਾਕੀ ਕਹਿੰਦੇ ਕਿ ਮੈਂ ਦਿੱਲੀ 'ਚ ਰਿਹਾ, ਮੇਰੇ ਨਾਲ ਕਿਸੇ ਨੇ ਕੋਈ ਗੱਲ ਇੱਦਾਂ ਦੀ ਕੀਤੀ ਨਹੀਂ ਤੇ ਗੱਠਜੋੜ ਹੋ ਸਕਦਾ। ਬਾਕੀ ਨਗਰ ਨਿਗਮ ਦੀਆਂ ਚੋਣਾਂ 2024 ਤੋਂ ਪਹਿਲਾਂ ਅਸੀਂ ਲੜ ਕੇ ਦੱਸਾਂਗੇ, ਆਪਣੀ ਹੋਂਦ ਨੂੰ ਸਥਾਪਿਤ ਕਰਾਂਗੇ, ਪਾਰਟੀ ਨੂੰ ਮਜ਼ਬੂਤ ਕਰਾਂਗੇ, ਔਰ ਸਾਰੇ ਮੈਨੂੰ ਆਸ ਆ ਕਿ ਮੇਰੇ ਨਾਲ ਸਾਰੇ ਲੋਕ ਮਿਲ ਕੇ ਚੱਲਣਗੇ। ਬਾਕੀ ਜਿਹੜਾ ਪੰਜਾਬੀ ਦੇ ਪ੍ਰਤੀ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੀ ਭਾਜਪਾ ਨੇ ਉਹਨਾਂ ਨੂੰ ਪੰਜਾਬੀ ਦੇ ਪ੍ਰਤੀ ਪਛਾਣ ਕੇ ਉਹਨਾਂ ਨੂੰ ਪਾਰਟੀ 'ਚ ਲਿਆ ਤੇ ਉਹਨਾਂ ਨੂੰ ਪ੍ਰਧਾਨਗੀ ਸੌਂਪੀ ਆ, ਤੇ ਚਲੋ ਉਹਨਾਂ ਨੇ ਤਾਂ ਪ੍ਰਧਾਨਗੀ ਸੌਂਪ ਦਿੱਤੀ, ਤਾਂ ਪ੍ਰਸ਼ਨ ਸੁਨੀਲ ਜਾਖੜ ਤੇ ਵੀ ਉੱਠਦਾ ਕਿ ਫਿਰ ਤੁਸੀਂ ਫਿਰ ਕਿਸ ਕਰਕੇ ਭਾਜਪਾ 'ਚ ਸ਼ਾਮਲ ਹੋਏ, ਕਿ ਜੇ ਤੁਸੀਂ ਪੰਜਾਬ ਦੀ ਸੇਵਾ ਹੀ ਕਰਦੇ ਸੀ, ਜੇ ਪੰਜਾਬੀ ਦੀ ਸੇਵਾ ਕਰਦੇ ਸੀ, ਤਾਂ ਫਿਰ ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਤੋਂ ਜਾਂ ਭਾਜਪਾ ਵਿੱਚ ਸ਼ਾਮਲ ਹੋਵੇ ਬਿਨਾਂ ਵੀ ਕੀਤੀ ਜਾ ਸਕਦੀ ਸੀ। ਮਾਨ ਸਾਹਿਬ ਸਭ ਰਾਜਨੀਤੀ ਦਾ ਖੇਡ ਆ, ਸਭ ਆਪਣੇ ਨਿੱਜੀ ਮਫਾਦਾਂ ਨੂੰ ਵੇਖਦੇ ਆ। ਪੰਜਾਬੀਅਤ ਕੇਵਲ ਕਹਿਣ ਦੀਆਂ ਗੱਲਾਂ ਨਹੀਂ, ਇੱਥੇ ਬੜੇ ਲੋਕ ਅਸੀਂ ਉਹ ਵੀ ਵੇਖੇ ਨੇ ਜਿਹੜੇ ਭਗਤ ਸਿੰਘ ਦੇ ਨਾਮ ਤੇ ਰਾਜਨੀਤੀ ਕਰਕੇ ਸਿਆਸਤ ਦੀ ਪੌੜੀ ਦੇ ਸਿਖਰ ਤੱਕ ਵੀ ਪਹੁੰਚ ਗਏ, ਤਾਂ ਜਦੋਂ ਅਸਲ 'ਚ ਕੰਮ ਹੁੰਦੇ ਨੇ ਉਹ ਸ਼ਾਇਦ ਅੰਗਰੇਜ਼ਾਂ ਵਾਲੇ ਹੀ ਹੁੰਦੇ ਆ। ਸੋ ਸਮਾਂ ਸਾਰਿਆਂ ਦਾ ਇਸੇ ਤਰੀਕੇ ਨਾਲ ਚੱਲਦਾ ਜੀ ਬਿਲਕੁਲ। ਸੋ ਜਿੱਥੇ ਇੱਕ ਪਾਸੇ ਹੁਣ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਨੇ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਦੂਸਰੇ ਪਾਸੇ ਕੱਲ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਕੇਂਦਰ ਸਰਕਾਰ ਨੂੰ ਘੇਰਿਆ ਗਿਆ। ਮੋਦੀ ਸਰਕਾਰ ਨੂੰ ਇੱਕ ਅਹਿਮ ਮੁੱਦੇ ਦੇ ਉੱਪਰ, ਭ੍ਰਿਸ਼ਟਾਚਾਰ ਦੇ ਮੁੱਦੇ ਦੇ ਉੱਪਰ ਤੇ ਟਿੱਪਣੀਆਂ, ਵਿਵਾਦਤ ਟਿੱਪਣੀਆਂ ਦੇ ਉੱਪਰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਪੂਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਹੋਏ ਨੇ। ਕਿਵੇਂ ਦੇਖ ਰਹੇ ਹੋ? ਕਿਉਂਕਿ ਕਾਂਗਰਸ ਦੇ ਵੱਲੋਂ ਕੱਲ ਵੱਡਾ ਇਲਜ਼ਾਮ ਲਗਾਇਆ ਗਿਆ ਕੇਂਦਰ ਸਰਕਾਰ ਦੇ ਉੱਪਰ ਕਿ ਵਿਰੋਧੀ ਕੋਈ ਛੋਟੀ ਟਿੱਪਣੀ ਕਰਦੇ ਉਹਦੇ ਉੱਪਰ ਵੀ ਵੱਡੇ ਮਾਮਲੇ ਸ਼ੁਰੂ ਹੋ ਜਾਂਦੇ ਨੇ, ਲੇਕਿਨ ਆਪਦੇ ਉਹਨਾਂ ਦੇ ਮੰਤਰੀਆਂ ਦੇ ਉੱਪਰ ਜਿਨ੍ਹਾਂ ਉੱਪਰ ਅਪਰਾਧਿਕ ਮਾਮਲੇ ਦਰਜ ਨੇ ਉਹਨਾਂ ਦੇ ਉੱਪਰ ਤੇ ਵਿਵਾਦਤ ਟਿੱਪਣੀਆਂ ਕਰਨ ਵਾਲੇ ਉਹਨਾਂ ਦੇ ਆਪਦੇ ਕਿਸੇ ਵੀ ਆਗੂ ਲੀਡਰ ਦੇ ਉੱਪਰ ਕਾਰਵਾਈ ਨਹੀਂ ਹੁੰਦੀ। ਕਿਵੇਂ ਦੇਖ ਰਹੇ ਹੋ ਜਦੋਂ ਇੱਕ ਅਹਿਮ ਮਾਮਲੇ ਦੇ ਉੱਪਰ ਸਰਕਾਰ ਨੂੰ ਘੇਰਿਆ ਗਿਆ ਕਾਂਗਰਸ ਦੇ ਵੱਲੋਂ? ਕਿਵੇਂ ਦੇਖ ਰਹੇ ਹੋ ਕਿ ਇਸ ਦਾ ਕੋਈ ਪ੍ਰਭਾਵ ਸੈਂਟਰ ਸਰਕਾਰ ਉੱਪਰ ਪੈਣ ਵਾਲਾ ਹੈ ਕਿ ਜਿਹੜੇ ਦਾਗੀ ਆਗੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਨੇ ਇਸ ਪ੍ਰੋਟੈਸਟ ਤੋਂ ਬਾਅਦ, ਕਿਉਂਕਿ ਪੰਜਾਬ ਪੱਧਰ 'ਚ ਪ੍ਰੋਟੈਸਟ ਹੋਇਆ, ਕੇਂਦਰ ਸਰਕਾਰ ਦੀ ਕੋਈ ਨੀਂਦ ਖੁੱਲੇਗੀ, ਇਹਨਾਂ ਆਗੂਆਂ ਦੇ ਖਿਲਾਫ ਕੋਈ ਕਾਰਵਾਈ ਹੋਏਗੀ ਜਾਂ ਫਿਰ ਕਾਂਗਰਸ ਸਿਰਫ ਔਰ ਸਿਰਫ ਬੋਲਦੀ ਰਹਿ ਜਾਏਗੀ? ਦੇਖੋ ਮਾਨ ਸਾਹਿਬ, ਜਿਹੜੀ ਕੱਲ ਦੀ ਤੁਸੀਂ ਗੱਲ ਕਰ ਰਹੇ ਜੇ, ਕੱਲ ਕਾਂਗਰਸ ਵਾਸਤੇ ਇੱਕ ਬੜਾ ਵੱਡਾ ਦਿਨ ਸੀ, ਕਿਉਂਕਿ ਜ਼ਿਲ੍ਹਾ ਪ੍ਰੋਟੈਸਟਾਂ ਦੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਟਰ ਤੇ ਧਰਨੇ ਦੇਣਾ, ਤੇ ਚਲੋ ਕਾਂਗਰਸ ਪਾਰਟੀ ਦੀ ਇੱਕ ਵੱਖਰੀ ਨੀਤੀ ਉਹਦੇ ਸੰਬੰਧੀ ਅਸੀਂ ਗੱਲ ਕਰਦੇ ਹਾਂ।
ਪਰ ਇੱਕ ਬੜਾ ਵੱਡਾ ਦਿਨ ਸੀ ਜਿਸ ਕਰਕੇ ਕਾਂਗਰਸ, ਸਮੁੱਚੀ ਕਾਂਗਰਸ ਜਿਹੜੀ ਆ ਬੁਖਲਾਈ ਹੋਈ ਪਈ ਹੈ। ਉਹ ਆ ਕਿ ਜੋ ਫੈਸਲਾ ਰਾਹੁਲ ਗਾਂਧੀ ਦੇ ਸੰਬੰਧ ਵਿੱਚ ਆਇਆ, ਹਾਈ ਕੋਰਟ ਦਾ ਫੈਸਲਾ, ਔਰ ਉਸ ਹਾਈ ਕੋਰਟ ਦੇ ਫੈਸਲੇ ਜਿਸ ਤਰੀਕੇ ਨਾਲ ਆਇਆ, ਕੁਛ ਇਹ ਲੱਗਦਾ ਇਹੋ ਹੈ ਕਿ ਸ਼ਾਇਦ ਉਹ 8 ਸਾਲ ਤੱਕ ਚੋਣ ਜਿਹੜੀ ਆ ਨਹੀਂ ਲੜ ਸਕਣਗੇ। ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਉਹਦੇ ਸਿਰ ਤੇ 2024 ਦੀਆਂ ਚੋਣਾਂ ਖੇਡਣ ਦੇ ਮੂਡ 'ਚ ਆ ਤੇ ਉਸ ਨੂੰ ਭਾਰਤ ਜੋੜੋ ਯਾਤਰਾ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਕੀਤੀ ਗਈ, ਉਹਨਾਂ ਨੂੰ ਇੱਕ ਮੁੱਖ ਮਾਫ ਕਰਦਾ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਉਹਨਾਂ ਨੂੰ ਇੱਕ ਸਥਾਪਿਤ ਕਰਨ ਦਾ ਯਤਨ ਕੀਤਾ ਜਾ ਰਿਹਾ। ਹੁਣ ਜਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਐਵਰੀਥਿੰਗ ਇਜ਼ ਰਾਈਟ ਇਨ ਲਵ ਐਂਡ ਵਾਰ, ਮੁਹੱਬਤ ਤੇ ਜੰਗ 'ਚ ਸਭ ਕੁਝ ਜਾਇਜ਼ ਆ, ਉਸੇ ਤਰੀਕੇ ਨਾਲ ਭਾਜਪਾ ਨੂੰ ਵੀ ਖਤਰਾ ਮਹਿਸੂਸ ਹੋ ਰਿਹਾ। ਹੁਣ ਭਾਜਪਾ ਦੀ ਸਰਕਾਰ ਆ ਕੇਂਦਰ ਦੇ ਵਿੱਚ, ਤਾਂ ਸਾਮ-ਦਾਮ ਦੰਡ-ਭੇਦ ਦੀ ਹਰ ਨੀਤੀ ਨੂੰ ਅਪਣਾਉਂਦਿਆਂ ਹੋਇਆਂ ਉਹਨਾਂ ਨੇ ਕੁਦਰਤੀ ਤੌਰ ਤੇ ਹਰ ਤਰੀਕੇ ਦੇ ਨਾਲ ਜਿਹੜਾ ਰਸਤਾ ਆ ਉਹਨਾਂ ਨੇ ਡੱਕਣਾ ਹੀ ਡੱਕਣਾ ਆ। ਹੁਣ ਹਾਈ ਕੋਰਟ ਕੇਂਦਰ ਸਰਕਾਰ ਦੇ ਪ੍ਰਭਾਵ ਅਧੀਨ ਹੈ ਜਾਂ ਨਹੀਂ ਹੈ, ਜਾਂ ਸੁਪਰੀਮ ਕੋਰਟ ਹੈ ਜਾਂ ਨਹੀਂ ਹੈ, ਇਹ ਗੱਲਾਂ ਚਲੋ ਕਹਿੰਦੀਆਂ ਹਨ, ਪਰ ਜੋ ਕੁਝ ਅਸਲੀ ਪਰਦੇ ਦੇ ਪਿੱਛੇ ਹੁੰਦਾ ਉਹ ਸਾਰੇ ਲੋਕਾਂ ਨੂੰ ਪਤਾ। ਸੋ ਭਾਜਪਾ ਦੀ ਇਹ ਰਣਨੀਤੀ ਹੈ ਕਿ ਕਿਸੇ ਵੀ ਸੂਰਤ ਵਿੱਚ ਰਾਹੁਲ ਗਾਂਧੀ ਨੂੰ 2024 ਦੀਆਂ ਚੋਣਾਂ ਜਿਹੜੀਆਂ ਨਾ ਉਹ ਨਾਲ ਲੜ ਦਿੱਤੀਆਂ ਜਾਣ, ਜਿਸ ਤਰੀਕੇ ਦੀ ਸਥਿਤੀ, ਤਾਂ ਉਹ ਸਥਿਤੀਆਂ ਬਦਲੀਆਂ ਵੀ ਜਾ ਰਹੀਆਂ ਨੇ। ਹੁਣ ਜਿਸ ਤਰੀਕੇ ਨਾਲ ਕੱਲ੍ਹ ਹਾਈ ਕੋਰਟ ਦਾ ਫੈਸਲਾ ਆਇਆ ਔਰ ਹੁਣ ਕਹਿ ਰਹੇ ਕਿ ਸੁਪਰੀਮ ਕੋਰਟ 'ਚ ਜਾਣਾ, ਇਸ ਗੱਲ ਨੂੰ ਲੈ ਕੇ ਕਾਂਗਰਸ ਜਿਹੜੀ ਆ ਉਹ ਬੜੀ ਅਸੀਂ ਖੌਫਜ਼ਦਾ ਆ ਔਰ ਗੁੱਸੇ 'ਚ ਆ, ਔਰ ਇਹ ਉਦਾਹਰਨਾਂ ਦੇ ਰਹੇ ਨੇ ਕਿ ਅੱਜ ਤੱਕ ਕਿਸੇ ਵੀ ਅਦਾਲਤੋਂ ਤੋਂ ਅਜਿਹਾ ਫੈਸਲਾ ਅਜਿਹੇ ਕੇਸ ਦੇ ਵਿੱਚ ਕਦੇ ਵੀ ਸਾਹਮਣੇ ਨਹੀਂ ਆਇਆ। ਇਹ ਆਪਣੇ ਆਪ ਦੇ ਵਿੱਚ ਪ੍ਰਸ਼ਨ ਆ। ਹੁਣ ਜਿਸ ਤਰੀਕੇ ਨਾਲ ਕੱਲ੍ਹ ਪੰਜਾਬ ਕਾਂਗਰਸ ਦੀ ਇਕਾਈ ਨੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ, ਉਸ ਦੇ ਨੇਤਾਵਾਂ ਦੇ ਖਿਲਾਫ ਜਿਸ ਤਰੀਕੇ ਨਾਲ ਬੋਲਬਾਣੀ ਕੀਤੀ, ਉਹ ਇੱਕ ਸਿਆਸੀ ਬਿਆਨਬਾਜ਼ੀ ਆ। ਉਹ ਹੁੰਦੀ ਹੈ ਕਿ ਹਾਂਜੀ ਸਾਡੇ ਨੇਤਾਵਾਂ ਦੇ ਵਿਰੁੱਧ ਤਾਂ ਇਸ ਤਰ੍ਹਾਂ ਦੇ ਅਸੀਂ ਕੁਝ ਮਾੜੀ ਮੋਟੀ ਵੀ ਟਿੱਪਣੀ ਕਰਦੇ ਹਾਂ, ਕੇਂਦਰ ਸਰਕਾਰ ਮਿੰਟ 'ਚ ਘੇਰਨ ਦੀ ਕੋਸ਼ਿਸ਼ ਕਰਦਾ, ਜਦੋਂ ਕਿ ਭਾਜਪਾ ਦੇ ਕਈਆਂ ਮੰਤਰੀਆਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ, ਚਾਹੇ ਉਹ ਪੰਜਾਬ 'ਚੋਂ ਹੋਣ ਚਾਹੇ ਦੇਸ਼ ਦੇ ਹੋਰਨਾਂ ਰਾਜਾਂ ਦੇ ਵਿੱਚ ਹੋਣ, ਭਾਜਪਾ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ। ਇਹ ਉਹਨਾਂ ਦਾ ਬਿਆਨ ਸੀ। ਮਾਨ ਸਾਹਿਬ, ਅਜਿਹੀਆਂ ਸਥਿਤੀਆਂ, ਅਜਿਹੇ ਬਿਆਨ ਜਿਹੜੇ ਹਮੇਸ਼ਾ ਆਉਂਦੇ ਰਹਿੰਦੇ ਨੇ। ਹੁਣ ਕੇਂਦਰ ਸਰਕਾਰ ਇੱਦਾਂ ਤਾਂ ਹੋ ਨਹੀਂ ਸਕਦੀ ਕਿ ਪੰਜਾਬ ਦੇ ਵਿੱਚ ਜਿਹੜੀ ਕਾਰਵਾਈ ਇਹਨਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਆ, ਇਹਨਾਂ ਧਰਨੇ ਪ੍ਰਦਰਸ਼ਨਾਂ ਤੋਂ ਡਰ ਕੇ ਤੇ ਆਪਣੇ ਨੇਤਾਵਾਂ ਦੇ ਖਿਲਾਫ ਉਹ ਕਾਰਵਾਈ ਕਰਕੇ ਤਾਂ ਉਹਨਾਂ ਨੂੰ ਡੱਕ ਦੇਵੇ। ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਕਾਂਗਰਸ ਦੀ ਜਿਹੜੀ ਅੰਦਰਲੀ ਬੁਖਲਾਹਟ ਆ, ਖਾਸ ਤੌਰ ਤੇ ਰਾਹੁਲ ਗਾਂਧੀ ਵਾਲੇ ਕੇਸ ਨੂੰ ਲੈ ਕੇ, ਉਹ ਕੱਲ੍ਹ ਜਿਹੜੀ ਆ ਜ਼ਰੂਰ ਸਾਹਮਣੇ ਆਈ ਆ। ਬਾਕੀ ਕੇਂਦਰ ਸਰਕਾਰ ਤੇ ਇਸ ਇਹਨਾਂ ਧਰਨਿਆਂ ਦਾ ਨਾ ਕੋਈ ਪ੍ਰਭਾਵ ਪੈਣਾ, ਨਾ ਕਦੀ ਪਿਆ ਤੇ ਨਾ ਕੋਈ ਪੈ ਸਕਦਾ ਆ, ਕਿਉਂਕਿ 2024 ਤੱਕ ਉਹਨਾਂ ਨੇ ਆਰਾਮ ਨਾਲ, ਉਹਨਾਂ ਕੋਲ ਪੂਰਨ ਤੌਰ ਤੇ ਬਹੁਮਤ ਜਿਹੜਾ ਹੈਗਾ ਸਰਕਾਰ ਚਲਾਉਣ ਦਾ, ਉਹ ਚਲਾਉਣੀ ਹੈ। ਹਾਂ, ਉਹਨਾਂ ਦੀਆਂ ਨਜ਼ਰਾਂ ਜਿਹੜੀਆਂ 2024 ਦੀਆਂ ਚੋਣਾਂ ਤੇ ਨੇ, ਤੇ ਉਹਦੇ ਵਾਸਤੇ ਉਹਨਾਂ ਨੇ ਹਰ ਤਰੀਕੇ ਦੀ ਨੀਤੀ ਜਿਹੜੀ ਅਪਣਾਉਣੀ ਹੈ, ਸਾਮ ਦਾਮ ਦੰਡ ਭੇਦ ਦਰ ਜੋ ਉਹ ਕਰ ਸਕਣਗੇ। ਈਡੀ ਦੀ ਵਰਤੋਂ ਵੀ ਕਰਨੀ ਹੈ, CBI ਦੀ ਵੀ ਵਰਤੋਂ ਉਹਨਾਂ ਨੇ ਕਰਨੀ ਆ, ਔਰ ਕਰਦੇ ਪਏ ਵੀ ਆ। ਤਾਂ ਅਜਿਹੀ ਸਥਿਤੀ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਅਜਿਹਾ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਮਹਿਜ਼ ਆਪਣੇ ਅੰਦਰਲੀ ਮਾਨਸਿਕ ਜਿਹੜਾ ਅੰਦਰਲੀ ਅਸੀਂ ਕਹਿ ਰਹੇ ਨੇ ਪ੍ਰਕਾਹਟ ਆ, ਉਸ ਨੂੰ ਹੀ ਬਾਹਰ ਕੱਢਣ ਦਾ ਇੱਕ ਯਤਨ ਸੀ, ਜਿਹੜਾ ਉਹਨਾਂ ਨੇ ਕੇਂਦਰ ਸਰਕਾਰ ਦੇ ਨੇਤਾਵਾਂ ਦੇ ਖਿਲਾਫ ਬੋਲ ਕੇ ਆਪਣੇ ਅੰਦਰਲੇ ਗੁੱਸੇ ਨੂੰ ਕੱਢਿਆ ਤੇ ਸ਼ਾਂਤ ਹੋਣ ਦਾ ਯਤਨ ਕੀਤਾ। ਪਰ ਅਸਲ ਗੱਲ ਜਿਹੜੀ ਆ ਉਹ ਰਾਹੁਲ ਗਾਂਧੀ ਦੇ ਸੰਬੰਧ ਵਿੱਚ ਆਏ ਗੁਜਰਾਤ ਦੇ ਹਾਈ ਕੋਰਟ ਦੇ ਫੈਸਲੇ ਦੀ ਆ, ਜਿਸ ਨੂੰ ਕਾਂਗਰਸੀ ਸ਼ਾਇਦ ਬਰਦਾਸ਼ਤ ਜਿਹੜਾ ਉਹ ਨਹੀਂ ਕਰ। ਬਿਲਕੁਲ ਜੀ, ਬਿਲਕੁਲ। ਭਾਵੇਂ ਕੇਂਦਰ ਸਰਕਾਰ ਉੱਪਰ ਇਹਨਾਂ ਧਰਨਾ ਪ੍ਰਦਰਸ਼ਨਾਂ ਦਾ ਕੋਈ ਫਰਕ ਪਵੇ ਜਾਂ ਨਾ ਪਵੇ, ਲੇਕਿਨ ਇੱਕ ਗੱਲ ਜ਼ਰੂਰ ਹੈ ਵੀ ਕਾਂਗਰਸ ਵੀ ਹੁਣ ਤਿੱਖੇ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ, ਉਹ ਵੀ ਇਸ ਮਾਮਲੇ ਦੇ ਉੱਪਰ ਕਿ ਕੇਂਦਰ ਸਰਕਾਰ ਆਪਣੇ ਮੰਤਰੀਆਂ ਦੇ ਪਿੱਛੇ ਖੜੀ ਰਹਿੰਦੀ ਹੈ, ਢਾਲ ਬਣ ਕੇ ਉਹਨਾਂ ਦੇ ਅੱਗੇ ਖੜ ਜਾਂਦੀ ਹੈ। ਇਹ ਗੱਲ ਹੁਣ ਲੋਕਾਂ ਤੱਕ ਪਹੁੰਚਾਉਣ ਦੀ ਤੇ 2024 ਦੇ ਚੋਣਾਂ ਦੇ ਵਿੱਚ ਬੀਜੇਪੀ ਦਾ ਚਿਹਰਾ ਨੰਗਾ ਕਰਨ ਦੇ ਲਈ ਇਹ ਪ੍ਰਦਰਸ਼ਨ ਵੀ ਜ਼ਰੂਰੀ ਸੀ, ਜੋ ਲਗਾਤਾਰ ਕਾਂਗਰਸ ਕਰ ਰਹੀ ਹੈ। ਹੋ ਸਕਦਾ ਪੰਜਾਬ ਤੋਂ ਬਾਅਦ ਇਹ ਜੋ ਪ੍ਰਦਰਸ਼ਨ ਨੇ ਸ਼ਾਇਦ ਕਾਂਗਰਸ ਦੇ ਵੱਲੋਂ ਦੇਸ਼ ਭਰ ਦੇ ਵਿੱਚ ਵੀ ਵਿੱਢ ਦਿੱਤੇ ਜਾਣ, ਤਾਂ ਜੋ ਬੀਜੇਪੀ ਦਾ ਅਸਲ ਚਿਹਰਾ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ 2024 ਨੂੰ ਕੈਸ਼ ਵੀ ਕੀਤਾ ਜਾ ਸਕੇ। ਸੋਲੰਕੀ ਸਾਹਿਬ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਜੀ। ਸੋ ਇਸ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।